ਜੈ ਮਸੀਹ ਦੀ ਪਿਆਰੇ ਦਰਸ਼ਕੋ, ਦਿਸ਼ਾ ਪਰਿਵਰਤਨ ਦੇ ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਭਨਾਂ ਦਾ ਸਵਾਗਤ ਹੈ। ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਚੰਗੇ ਭਲੇ ਹੋਵੋਗੇ। ਅਸੀਂ ਪਰਮੇਸ਼ਰ ਪਿਤਾ ਦਾ ਧੰਨਵਾਦ ਕਰਦੇ ਹਾਂ ਕਿ ਉਹਨੇ ਸਾਡੇ ਉੱਤੇ ਕਿਰਪਾ ਕੀਤੀ ਅਤੇ ਸਾਨੂੰ ਇੱਕ ਹੋਰ ਮੌਕਾ ਬਖਸ਼ਿਆ ਕਿ ਅਸੀਂ ਉਹਦੇ ਵਚਨ ਨੂੰ ਲੈ ਕੇ ਤੁਹਾਡੇ ਨਾਲ ਰੂਬਰੂ ਹੋ ਸਕੀਏ। ਅਸੀਂ ਤੁਹਾਡਾ ਵੀ ਧੰਨਵਾਦ ਕਰਦੇ ਹਾਂ ਕਿਉਂਕਿ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੁੰਦੇ ਹੋ। ਤੁਹਾਡਾ ਪਰਮੇਸ਼ਰ ਦੇ ਵਚਨ ਨੂੰ ਸਿੱਖਣ ਦੇ ਲਈ ਸਮਾਂ ਕੱਢਣਾ ਇਹ ਦਰਸਾਉਂਦਾ ਹੈ ਕਿ ਤੁਸੀਂ ਪਰਮੇਸ਼ਰ ਨੂੰ ਪਿਆਰ ਕਰਦੇ ਹੋ ਅਤੇ ਉਸ ਦੇ ਵਚਨ ਦੇ ਵਿੱਚ ਵਧਣਾ ਚਾਹੁੰਦੇ ਹੋ। ਦੋਸਤੋ, ਤੁਹਾਡੇ ਇਸ ਸਮਰਪਣ ਭਰੇ ਭਾਵ ਦੇ ਲਈ ਅਸੀਂ ਤੁਹਾਡੀ ਪ੍ਰਸ਼ੰਸਾ ਕਰਦੇ ਹਾਂ। ਦੋਸਤੋ, ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਅਸੀਂ ਪਿਛਲੇ ਕੁਝ ਦਿਨਾਂ ਤੋਂ ਬੱਚਿਆਂ ਦੇ ਪਾਲਣ ਪੋਸ਼ਣ ਦੇ ਉੱਤੇ ਇੱਕ ਲੜੀਵਾਰ ਅਧਿਐਨ ਕਰਦੇ ਆ ਰਹੇ ਹਾਂ। ਦੋਸਤੋ, ਅਸੀਂ ਆਪਣੇ ਪਿਛਲੇ ਪ੍ਰੋਗਰਾਮ ਦੇ ਵਿੱਚ ਪਰਿਵਾਰ ਦੇ ਬਹੁਤ ਹੀ ਮਹੱਤਵਪੂਰਨ ਮੁੱਦੇ ਦੇ ਉੱਤੇ ਆਪਣੀ ਗੱਲਬਾਤ ਨੂੰ ਕਰਨਾ ਸ਼ੁਰੂ ਕੀਤਾ ਸੀ। ਇਹ ਉਹ ਮੁੱਦਾ ਹੈ ਜਿਹੜਾ ਮਾਤਾ ਪਿਤਾਵਾਂ ਦੀਆਂ ਭਾਵਨਾਵਾਂ ਦੇ ਨਾਲ ਜੁੜਿਆ ਹੋਇਆ ਅਤੇ ਇਹ ਮੁੱਦਾ ਹੈ ਬਦਲਾਵ ਦਾ ਮੁੱਦਾ। ਸਾਡੇ ਬੱਚਿਆਂ ਦੇ ਵੱਡੇ ਹੋਣ ਦੇ ਬਾਅਦ ਉਹਨਾਂ ਦਾ ਸਾਡੇ ਤੋਂ ਦੂਰ ਹੋਣ ਜਾਣ ਦਾ ਮੁੱਦਾ, ਆਪਣੇ ਆਪ ਨੂੰ ਘਰ ਦੇ ਵਿੱਚ ਆਪਣੇ ਬੱਚਿਆਂ ਤੋਂ ਬਗੈਰ ਰਹਿਣ ਦੇ ਲਈ ਆਦਤ ਬਣਾਉਣ ਦਾ ਮੁੱਦਾ। ਦੋਸਤੋ, ਅਸੀਂ ਆਪਣੇ ਪਿਛਲੇ ਪ੍ਰੋਗਰਾਮ ਦੇ ਵਿੱਚ ਬਦਲਾਵ ਦੇ ਨਿਯਮਾਂ ਬਾਰੇ ਗੌਰ ਕਰ ਰਹੇ ਸੀ। ਅਸੀਂ ਹੁਣ ਤੱਕ ਦਰਸ਼ਨ ਹੀ ਸਭ ਕੁਝ ਹੈ। ਦੇਰ ਨਾਲ ਦਿੱਤੀ ਗਈ ਪ੍ਰਤੀਕਿਰਿਆ ਅਕਸਰ ਦੁਖਦਾਈ ਹੁੰਦੀ ਹੈ ਅਤੇ ਪਰਿਵਾਰ ਦੇ ਵਿੱਚ ਦੁੱਖ ਦਾ ਆਣਾ ਜਾਣਾ ਆਮ ਗੱਲ ਹੈ ਦੇ ਬਾਰੇ ਸਿੱਖ ਚੁੱਕੇ ਹਾਂ। ਅੱਜ ਅਸੀਂ ਬਦਲਾਵ ਦੇ ਬਾਕੀ ਦੇ ਨਿਯਮਾਂ ਦੇ ਬਾਰੇ ਚਰਚਾ ਕਰਾਂਗੇ। ਸੋ ਦੋਸਤੋ, ਆਓ ਬਿਨਾਂ ਸਮਾਂ ਗਵਾਏ ਆਪਣੇ ਅਧਿਐਨ ਪ੍ਰੋਗਰਾਮ ਦੇ ਵਿੱਚ ਅੱਗੇ ਵਧਦੇ ਹਾਂ ਅਤੇ ਸਿੱਖਦੇ ਹਾਂ ਪਰਮੇਸ਼ਵਰ ਦੇ ਦਾਸ ਡਾਕਟਰ ਡੇਵਿਡ ਜਰਮਾਇਆ ਤੋਂ ਬਦਲਾਵ ਦੇ ਨਿਯਮਾਂ ਬਾਰੇ। 18 ਸਾਲ ਦੀ ਉਮਰ ਵਿੱਚ ਗੁੱਡ ਬਾਏ ਕਹਿਣ ਦਾ ਸਮੇਂ ਆ ਗਿਆ ਸੀ। ਅੱਖਾਂ ਵਿੱਚ ਹੰਝੂ ਸਨ ਜਦ ਇਹ ਅਹਿਸਾਸ ਹੁੰਦਾ ਸੀ ਕਿ ਬੇਟੇ ਕਦੇ-ਕਦੇ ਬਰੇ ਦੋ ਬਰੇ ਵਿੱਚ ਆਇਆ ਕਰੇਗਾ। ਪਤਾ ਨਹੀਂ ਉਹਨਾਂ ਦਾ ਸੰਬੰਧ ਪਹਿਲੇ ਵਰਗਾ ਰਹੇਗਾ ਜਾਂ ਨਹੀਂ। ਹੋ ਸਕਦਾ ਹੈ ਪਹਿਲੇ ਤੋਂ ਵੀ ਅੱਛਾ ਹੋ ਜਾਵੇ, ਪਰ ਕੁਝ ਅੰਤਰ ਜ਼ਰੂਰ ਹੋਵੇਗਾ। ਅਤੇ ਇਸ ਤਰ੍ਹਾਂ ਮਨ ਵਿੱਚ ਗੱਲਾਂ ਕਰਦੇ ਹੋਏ ਘਰ ਵਾਪਸ ਆ ਗਿਆ ਅਤੇ ਬੱਚੇ ਦੇ ਕਮਰੇ ਵਿੱਚ ਗਿਆ। ਮੇਰੇ ਕਹਿਣ ਦਾ ਮਤਲਬ ਹੈ, ਮੈਨੂੰ ਕੁਝ ਚੰਗਾ ਨਹੀਂ ਲੱਗ ਰਿਹਾ ਸੀ। ਫਰਸ਼ ਤੇ ਬੈਠਿਆ ਹੋਇਆ ਮੈਂ ਦੀਵਾਰ ਵੱਲ ਵੇਖ ਰਿਹਾ ਸੀ ਜਿੱਥੇ ਕਈ ਚੀਜ਼ਾਂ ਲਟਕ ਰਹੀਆਂ ਸਨ ਅਤੇ ਉਸ ਘੜੀ ਨੂੰ ਯਾਦ ਕਰ ਰਿਹਾ ਸੀ ਜਦ ਅਸੀਂ ਇਸ ਜਗ੍ਹਾ ਤੇ ਇਕੱਠੇ ਸੀ। ਮੈਂ ਸੋਚਦਾ ਹਾਂ, ਇਹ ਗੱਲਾਂ ਪੂਰੀ ਤਰ੍ਹਾਂ ਸੱਚ ਹੈ ਕਿ ਜੀਵਨ ਵਿੱਚ ਇਸ ਤਰ੍ਹਾਂ ਦਾ ਦੁੱਖ ਜ਼ਰੂਰ ਆਵੇਗਾ। ਨੰਬਰ 4, ਪ੍ਰਾਰਥਨਾ ਹੀ ਸਭ ਤੋਂ ਵੱਡੀ ਚੀਜ਼ ਹੈ ਜੋ ਤੁਸੀਂ ਕਰ ਸਕਦੇ ਹੋ। ਦਰਸ਼ਨ ਹੀ ਸਭ ਕੁਝ ਹੈ ਅਤੇ ਦੇਰ ਨਾਲ ਕੀਤੀ ਗਈ ਪ੍ਰਤੀਕਿਰਿਆ ਮਾਂ-ਬਾਪ ਲਈ ਦੁਖਦਾਇਕ ਹੁੰਦੀ ਹੈ ਅਤੇ ਪਰਿਵਾਰ ਵਿੱਚ ਦੁੱਖ ਦਾ ਆਉਣਾ ਇੱਕ ਆਮ ਗੱਲ ਹੈ। ਅਤੇ ਮੈਂ ਚਾਹੁੰਦਾ ਹਾਂ ਕਿ ਤੁਸੀਂ ਇਹ ਗੱਲ ਸੁਣੋਗੇ ਜੋ ਤੁਸੀਂ ਹੋਰ ਕੁਝ ਨਹੀਂ ਸੁਣਦੇ। ਕੇਵਲ ਪ੍ਰਾਰਥਨਾ ਹੀ ਨਹੀਂ ਜੋ ਤੁਸੀਂ ਕਰ ਸਕਦੇ ਹੋ, ਇਹ ਸਭ ਤੋਂ ਵੱਡੀ ਗੱਲ ਹੈ ਜੋ ਤੁਸੀਂ ਕਰ ਸਕਦੇ ਹੋ। ਮੈਂ ਕਈ ਵਾਰ ਲੋਕਾਂ ਨੂੰ ਇਸ ਤਰ੍ਹਾਂ ਕਹਿੰਦੇ ਹੋਏ ਸੁਣਿਆ, ਪਾਸਟਰ ਜੀ, ਤੁਸੀਂ ਜਾਣਦੇ ਹੋ ਮੇਰੀ ਬੇਟੀ ਜਾਂ ਬੇਟਾ ਉੱਥੇ ਹੈ ਅਤੇ ਤੁਸੀਂ ਜਾਣਦੇ ਹੋ ਅਸੀਂ ਸਭ ਪ੍ਰਾਰਥਨਾ ਕਰ ਸਕਦੇ ਹਾਂ। ਇਸ ਗੱਲ ਦਾ ਮਤਲਬ ਇਹ ਹੁੰਦਾ ਹੈ ਕਿ ਉਹ ਉਹਨਾਂ ਦੀ ਸਲਾਮਤੀ ਲਈ ਖੁਆਇਸ਼ ਰੱਖਦੇ ਹਨ, ਇਸ ਲਈ ਯਤਨ ਕਰਦੇ ਹਨ ਕਿ ਪ੍ਰਾਰਥਨਾ ਕਰੀਏ। ਅਤੇ ਮੈਂ ਚਾਹੁੰਦਾ ਹਾਂ ਤੁਹਾਨੂੰ ਦੱਸਾਂ ਕਿ ਇਹ ਸਭ ਤੋਂ ਵੱਡੀ ਚੀਜ਼ ਜੋ ਤੁਸੀਂ ਕਰ ਸਕਦੇ ਹੋ। ਮੈਂ ਹਮੇਸ਼ਾ ਹੀ ਸੋਚਦਾ ਹਾਂ ਕਿ ਬੱਚਿਆਂ ਲਈ ਪ੍ਰਾਰਥਨਾ ਜ਼ਰੂਰੀ ਹੈ ਜਦ ਉਹ ਛੋਟੇ ਹੁੰਦੇ ਹਨ, ਕਿਉਂਕਿ ਤੁਸੀਂ ਹਰ ਵੇਲੇ ਉਹਨਾਂ ਦਾ ਧਿਆਨ ਨਹੀਂ ਰੱਖ ਸਕਦੇ। ਪਰ ਮੈਂ ਇਸ ਨਤੀਜੇ ਤੇ ਪਹੁੰਚ ਕੇ ਪ੍ਰਾਰਥਨਾ ਤੁਹਾਡੇ ਬੱਚਿਆਂ ਦੇ ਜੀਵਨ ਲਈ ਬਹੁਤ ਹੀ ਮਹੱਤਵਪੂਰਨ ਹੈ ਜਦ ਉਹ ਵੱਡੇ ਹੋ ਜਾਂਦੇ ਹਨ ਅਤੇ ਖਾਸ ਕਰਕੇ ਉਸ ਵੇਲੇ ਜਦ ਉਹ ਇੰਨੇ ਵੱਡੇ ਹੋ ਜਾਂਦੇ ਹਨ ਕਿ ਉਹਨਾਂ ਨੂੰ ਘਰ ਦੇ ਮਾਹੌਲ ਤੋਂ ਬਾਹਰ ਨਿਕਲਣਾ ਪੈਂਦਾ ਹੈ, ਤੁਹਾਡੀਆਂ ਅੱਖਾਂ ਤੋਂ ਦੂਰ ਅਤੇ ਤੁਹਾਡੀ ਨਿਗਰਾਨੀ ਤੋਂ ਦੂਰ ਜਾਣਾ ਪੈਂਦਾ ਹੈ। ਅਤੇ ਮੈਂ ਦੱਸਣਾ ਚਾਹੁੰਦਾ ਹਾਂ ਕਿ ਮੈਂ ਹੁਣ ਬੱਚਿਆਂ ਲਈ ਜ਼ਿਆਦਾ ਪ੍ਰਾਰਥਨਾ ਕਰਦਾ ਹਾਂ ਜਿੰਨੀ ਪਹਿਲਾਂ ਕਰਦਾ ਸੀ। ਮੈਂ ਆਪਣੇ ਬੱਚਿਆਂ ਦੀ ਅਤੇ ਪੋਤੇ-ਪੋਤਿਆਂ ਦੀ ਤਸਵੀਰ ਆਪਣੀਆਂ ਅੱਖਾਂ ਸਾਹਮਣੇ ਰੱਖਦਾ ਹਾਂ ਅਤੇ ਮੈਂ ਇੱਕ ਲਈ ਪ੍ਰਾਰਥਨਾ ਕਰਦਾ ਹਾਂ। ਮੈਂ ਉਹਨਾਂ ਦੀ ਤਸਵੀਰ ਅੱਖਾਂ ਵਿੱਚ ਰੱਖ ਕੇ ਹਰੇਕ ਲਈ ਉਹਨਾਂ ਦੀਆਂ ਜ਼ਰੂਰਤਾਂ ਲਈ ਪ੍ਰਾਰਥਨਾ ਕਰਦਾ ਹਾਂ ਅਤੇ ਜਦ ਮੈਂ ਕਿਸੇ ਵਿਸ਼ੇਸ਼ ਚੀਜ਼ ਲਈ ਪ੍ਰਾਰਥਨਾ ਕਰਦਾ ਹਾਂ ਅਤੇ ਪਰਮੇਸ਼ਰ ਵੱਲ ਨਿਗਾਹ ਰੱਖਦਾ ਹਾਂ, ਉਸੇ ਦਿਨ ਜਦ ਉਹਨਾਂ ਲਈ ਪ੍ਰਾਰਥਨਾ ਕਰਦਾ ਹਾਂ ਅਤੇ ਉਹ ਮੇਰੀ ਪ੍ਰਾਰਥਨਾ ਦਾ ਉੱਤਰ ਇਸ ਤਰ੍ਹਾਂ ਦਿੰਦਾ ਹੈ ਕਿ ਜਿਸ ਦਾ ਮੈਂ ਤੁਹਾਨੂੰ ਬਿਆਨ ਨਹੀਂ ਕਰ ਸਕਦਾ। ਜਦ ਅਸੀਂ ਉਸ ਤੇ ਵਿਸ਼ਵਾਸ ਕਰਕੇ ਪ੍ਰਾਰਥਨਾ ਕਰਦੇ ਹਾਂ ਤਾਂ ਸਾਡਾ ਭਲਾ ਪਰਮੇਸ਼ਰ ਪ੍ਰਾਰਥਨਾ ਦਾ ਉੱਤਰ ਦਿੰਦਾ ਹੈ। ਜਿਸ ਤਰ੍ਹਾਂ ਯਾਕੂਬ ਨੇ ਆਖਿਆ,
ਧਰਮੀ ਪੁਰਖ ਦੀ ਬੇਨਤੀ ਤੋਂ ਬਹੁਤ ਅਸਰ ਹੁੰਦਾ ਹੈ। ਇਸ ਹਫ਼ਤੇ ਮੈਨੂੰ ਯਾਦ ਆਇਆ ਕਿ ਸਾਨੂੰ ਇੱਕ ਪ੍ਰਾਰਥਨਾ ਕਰਨ ਦੀ ਜ਼ਰੂਰਤ ਹੈ, ਕਿਉਂਕਿ ਮਰੀਅਮ ਅਤੇ ਮਾਰਥਾ ਦੇ ਨਾਲ ਗੱਲਬਾਤ ਦੇ ਦੌਰਾਨ ਯਿਸੂ ਨੇ ਮਾਰਥਾ ਨੂੰ ਆਖਿਆ, ਮਾਰਥਾ ਮਾਰਥਾ, ਤੂੰ ਹੋਰ ਚੀਜ਼ਾਂ ਵਿੱਚ ਵਿਅਸਤ ਰਹਿੰਦੀ ਹੈ, ਪਰ ਜ਼ਰੂਰਤ ਕੇਵਲ ਇੱਕ ਚੀਜ਼ ਦੀ ਹੈ। ਉਹ ਕਿਸੇ ਬਾਰੇ ਕਹਿ ਰਿਹਾ ਹੈ? ਉਹ ਉਸ ਸੰਬੰਧ ਬਾਰੇ ਕਹਿ ਰਿਹਾ ਸੀ ਜੋ ਇੱਕ ਮਨੁੱਖ ਅਤੇ ਪ੍ਰਭੂ ਯਿਸੂ ਦੇ ਵਿੱਚ ਹੋਣਾ ਚਾਹੀਦਾ ਹੈ। ਜੇ ਅਸੀਂ ਇਮਾਨਦਾਰੀ ਨਾਲ ਪ੍ਰਾਰਥਨਾ ਕਰਦੇ ਹਾਂ ਤਾਂ ਸਾਡੇ ਬੱਚਿਆਂ ਦੇ ਜੀਵਨ ਵਿੱਚ ਬਚਿਆ ਹੋਇਆ ਕੂੜਾ ਕਰਕਟ ਨਿਕਲ ਜਾਂਦਾ ਹੈ। ਉਹਨਾਂ ਦਾ ਸੰਬੰਧ ਪ੍ਰਭੂ ਨਾਲ ਠੀਕ ਹੋ ਜਾਂਦਾ ਹੈ ਅਤੇ ਬਾਕੀ ਚੀਜ਼ਾਂ ਆਪਣੇ ਆਪ ਹੀ ਠੀਕ ਹੋ ਜਾਂਦੀਆਂ ਹਨ। ਦੋਨਾਂ ਅਤੇ ਮੈਂ ਆਪਣੇ ਪਰਿਵਾਰ ਲਈ ਪ੍ਰਾਰਥਨਾ ਕਰਦੇ ਹਾਂ ਜਦ ਅਸੀਂ ਸਵੇਰ ਵੇਲੇ ਸੈਰ ਕਰਦੇ ਹੁੰਦੇ ਹਾਂ। ਇਹ ਬਹੁਤ ਅੱਛੀ ਗੱਲ ਹੈ। ਉਹ ਇੱਕ ਦਿਨ ਦਾ ਨਾਮ ਲੈਂਦੀ ਹੈ ਤਾਂ ਅਸੀਂ ਦੋਵੇਂ ਪ੍ਰਾਰਥਨਾ ਕਰਦੇ ਹਾਂ, ਫਿਰ ਮੈਂ ਦੂਸਰੇ ਦਾ ਨਾਮ ਲੈਂਦਾ ਹਾਂ, ਅਸੀਂ ਫਿਰ ਉਹਦੇ ਲਈ ਪ੍ਰਾਰਥਨਾ ਕਰਦੇ ਹਾਂ। ਇਸ ਤਰ੍ਹਾਂ ਅਸੀਂ ਪਰਿਵਾਰ ਦੇ ਹਰੇਕ ਮੈਂਬਰ ਲਈ ਪ੍ਰਾਰਥਨਾ ਕਰਦੇ ਹਾਂ। ਕਈ ਵਾਰ ਅਸੀਂ ਵੱਡੇ ਤੋਂ ਸ਼ੁਰੂ ਹੋ ਕੇ ਛੋਟੇ ਤੱਕ ਜਾਂਦੇ ਹਾਂ ਅਤੇ ਕਈ ਵਾਰ ਛੋਟੇ ਤੋਂ ਲੈ ਕੇ ਵੱਡੇ ਤੱਕ ਪ੍ਰਾਰਥਨਾ ਕਰਦੇ ਹਾਂ, ਪਰ ਅਸੀਂ ਹਰੇਕ ਲਈ ਹਰੇਕ ਦਾ ਨਾਮ ਲੈ ਕੇ ਉਹਨਾਂ ਦੀ ਅਲੱਗ-ਅਲੱਗ ਪ੍ਰਾਰਥਨਾ ਕਰਦੇ ਹਾਂ। ਇਸ ਤਰ੍ਹਾਂ ਅਸੀਂ ਹਰੇਕ ਨੂੰ ਦਇਆ ਦੇ ਸਿਘਾਸਨ ਦੇ ਅੱਗੇ ਲਿਆਉਂਦੇ ਹਾਂ ਅਤੇ ਆਪਣੀ ਜ਼ਿੰਮੇਵਾਰੀ ਦੀ ਜੋ ਬੱਚਿਆਂ ਦੇ ਪ੍ਰਤੀ ਹੈ ਪੂਰੀ ਕਰਦੇ ਹਾਂ। ਪਿਛਲੇ ਕੁਝ ਦਿਨਾਂ ਤੋਂ ਮੈਂ ਆਪਣੇ ਬੱਚਿਆਂ ਲਈ ਬਹੁਤ ਬੋਝ ਮਹਿਸੂਸ ਕਰ ਰਿਹਾ ਹਾਂ ਅਤੇ ਇਸ ਲਈ ਪੂਰਾ ਸਮਾਂ ਉਹਨਾਂ ਲਈ ਪ੍ਰਾਰਥਨਾ ਕਰਨ ਲਈ ਬਿਤਾਇਆ ਅਤੇ ਮੈਂ ਇੱਕ ਲਈ ਪ੍ਰਾਰਥਨਾ ਕੀਤੀ ਅਤੇ ਉਹਨਾਂ ਦੀ ਜ਼ਰੂਰਤਾਂ ਦੀਆਂ ਚੀਜ਼ਾਂ ਲਈ ਪ੍ਰਾਰਥਨਾ ਕੀਤੀ ਅਤੇ ਪਰਮੇਸ਼ਰ ਨੇ ਮੇਰੀ ਪ੍ਰਾਰਥਨਾ ਦਾ ਉੱਤਰ ਦਿੱਤਾ ਜੋ ਮੈਂ ਉਸ ਦੇ ਅੱਗੇ ਕੀਤੀਆਂ ਸਨ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ, ਜਦ ਤੁਹਾਡੇ ਬੱਚੇ ਤੁਹਾਡੇ ਤੋਂ ਦੂਰ ਹੁੰਦੇ ਹਨ ਤਾਂ ਪ੍ਰਾਰਥਨਾ ਕੀ ਕਰੀਦੀ ਹੈ? ਇੱਕ ਅਦਭੁਤ ਚੀਜ਼ ਘਟਦੀ ਹੈ। ਪ੍ਰਾਰਥਨਾ ਸਭ ਨੂੰ ਮਹਿਮਾ ਦੇ ਸਿਆਸਨ ਦੇ ਸਾਹਮਣੇ ਲਿਆਉਂਦੀ ਹੈ ਅਤੇ ਇਸ ਤਰ੍ਹਾਂ ਜਦ ਤੁਸੀਂ ਦਇਆ ਦੇ ਸਿਆਸਨ ਦੇ ਸਾਹਮਣੇ ਹੁੰਦੇ ਹੋ, ਕੁਝ ਘਟਨਾ ਘਟਦੀ ਹੈ ਜਿਸ ਦਾ ਮੈਂ ਬਿਆਨ ਨਹੀਂ ਕਰ ਸਕਦਾ। ਤੁਸੀਂ ਇਸ ਤਰ੍ਹਾਂ ਮਹਿਸੂਸ ਕਰਦੇ ਹੋ ਜਿਸ ਤਰ੍ਹਾਂ ਤੁਸੀਂ ਬੱਚਿਆਂ ਦੇ ਨਾਲ ਹੋ ਅਤੇ ਜੇ ਤੁਸੀਂ ਪਰਮੇਸ਼ਰ ਦੇ ਸਾਹਮਣੇ ਹੋ ਤਾਂ ਕਿਸੇ ਨਾ ਕਿਸੇ ਤਰ੍ਹਾਂ ਤੁਸੀਂ ਇਹ ਅਹਿਸਾਸ ਕਰੋਗੇ ਕਿ ਤੁਸੀਂ ਆਪਣੇ ਬੱਚਿਆਂ ਨਾਲ ਹੋ, ਭਾਵੇਂ ਉਹ ਕਿਤੇ ਵੀ ਹੋਣ। ਅਤੇ ਮੈਂ ਇਹ ਨਹੀਂ ਜਾਣਦਾ ਇਸ ਗੱਲ ਨੂੰ ਸ਼ਾਸਤਰ ਦੇ ਮੁਤਾਬਕ ਕਿਸ ਤਰ੍ਹਾਂ ਸਿੱਧ ਕਰਾਂ। ਮੈਂ ਇਸ ਲਈ ਯਤਨ ਕਰਨ ਨਹੀਂ ਜਾ ਰਿਹਾ। ਮੈਂ ਤਾਂ ਬਸ ਤੁਹਾਨੂੰ ਇਹ ਕਹਿਣ ਜਾ ਰਿਹਾ ਹਾਂ, ਤੁਸੀਂ ਆਪਣੇ ਆਪ ਨੂੰ ਬੱਚਿਆਂ ਨਾਲ ਮਹਿਸੂਸ ਕਰੋਗੇ ਜਦ ਤੁਸੀਂ ਆਪਣੀ ਪ੍ਰਾਰਥਨਾ ਵਿੱਚ ਉਹਨਾਂ ਨੂੰ ਪਰਮੇਸ਼ਰ ਦੇ ਸਾਹਮਣੇ ਲਿਆਓਗੇ। ਨੰਬਰ 5, ਮਾਂ-ਬਾਪ ਨੂੰ ਜ਼ਰੂਰਤ ਹੈ ਕਿ ਨੇੜੇ ਰਹਿਣ ਦੀ ਕੋਸ਼ਿਸ਼ ਕਰਨ। ਪ੍ਰਾਰਥਨਾ ਹੀ ਕੇਵਲ ਉਹ ਚੀਜ਼ ਨਹੀਂ ਜੋ ਅਸੀਂ ਕਰ ਸਕਦੇ ਹਾਂ, ਇਹ ਸਭ ਤੋਂ ਵੱਡੀ ਚੀਜ਼ ਹੈ ਜੋ ਅਸੀਂ ਕਰ ਸਕਦੇ ਹਾਂ। ਅਤੇ ਆਓ ਹੁਣ ਮੈਂ ਤੁਹਾਨੂੰ ਪੰਜਵੀਂ ਗੱਲ ਦੱਸਾਂ। ਮਾਂ-ਬਾਪ ਨੂੰ ਚਾਹੀਦਾ ਹੈ ਉਹ ਨੇੜੇ ਰਹਿਣ ਦੀ ਕੋਸ਼ਿਸ਼ ਕਰਨ ਜਦ ਪਰਿਵਾਰ ਤੋਂ ਦੂਰ ਹੋਣ। ਮੈਂ ਇਸ ਨੂੰ ਸ਼ਾਮਲ ਕਰਨ ਨਹੀਂ ਜਾ ਰਿਹਾ, ਪਰ ਮੈਂ ਹੁਣੇ ਹੀ ਇਸ ਬਾਰੇ ਬਹੁਤ ਕੁਝ ਵੇਖਿਆ, ਇਸ ਬਾਰੇ ਬਹੁਤ ਕੁਝ ਪੜ੍ਹਿਆ ਅਤੇ ਇਸ ਬਾਰੇ ਬਹੁਤ ਕੁਝ ਸੁਣਿਆ। ਜਦ ਸਾਡਾ ਪਰਿਵਾਰ ਸਾਡੇ ਤੋਂ ਦੂਰ ਹੁੰਦਾ ਹੈ ਤਾਂ ਕਈ ਵਾਰ ਤੁਸੀਂ ਮਾਂ-ਬਾਪ ਨੂੰ ਇੰਜ ਕਹਿੰਦੇ ਹੋਏ ਸੁਣਦੇ ਹੋ, ਉਹਨਾਂ ਦਾ ਕਦੇ ਜਵਾਬ ਹੀ ਨਹੀਂ ਆਇਆ, ਜਾਂ ਨਹੀਂ ਉਹ ਕਦੇ ਨਹੀਂ ਆਏ, ਜਾਂ ਅਸੀਂ ਉਹਨਾਂ ਵੱਲੋਂ ਕਦੇ ਵੀ ਕੁਝ ਨਹੀਂ ਸੁਣਿਆ। ਇਸ ਲਈ ਇਹ ਬੱਚਿਆਂ ਦੀ ਜ਼ਿੰਮੇਵਾਰੀ ਹੈ ਕਿ ਉਹ ਆਪਣਾ ਸੰਬੰਧ ਬਣਾਏ ਰੱਖਣ ਅਤੇ ਮੈਂ ਤੁਹਾਨੂੰ ਬਸ ਇਹ ਯਾਦ ਕਰਾਉਣਾ ਚਾਹੁੰਦਾ ਹਾਂ ਜੋ ਕਿ ਮੈਂ ਸਮਝਦਾ ਹਾਂ ਕਿ ਸਾਡੀ ਵੀ ਜ਼ਿੰਮੇਵਾਰੀ ਹੈ ਅਤੇ ਸਾਨੂੰ ਵੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਅਸੀਂ ਆਪਣੇ ਪਰਿਵਾਰ ਦੇ ਨੇੜੇ ਰਹੀਏ ਜਦ ਉਹ ਦੂਰ ਹੋਣ। ਸਾਨੂੰ ਜ਼ਰੂਰਤ ਹੈ ਜਦ ਵੀ ਹੋ ਸਕੇ ਅਸੀਂ ਉਹਨਾਂ ਨੂੰ ਵੇਖਣ ਲਈ ਕੋਸ਼ਿਸ਼ ਕਰੀਏ। ਜਦ ਡੇਵਿਡ ਫੁੱਟਬਾਲ ਖੇਡਣ ਲਈ ਲਿਬਰਟੀ ਯੂਨੀਵਰਸਿਟੀ ਵਿੱਚ ਜਾਂਦਾ ਸੀ, ਉਹ ਸੋਚ ਸਕਿਆ ਕਿ ਮੈਂ ਉਸ ਦੇ ਨਾਲ ਜਾ ਕੇ ਉਸ ਨੂੰ ਖੇਡਦੇ ਹੋਏ ਵੇਖਾਂ, ਜਿਸ ਤਰ੍ਹਾਂ ਪਹਿਲਾਂ ਮੈਂ ਕਈ ਸਾਲਾਂ ਕਰਦਾ ਹੁੰਦਾ ਸੀ। ਮੈਂ ਗਿਆ ਅਤੇ ਸੈਟਲਾਈਟ ਡਿਸ਼ ਖਰੀਦੀ ਕਿਉਂਕਿ ਮੈਂ ਜਾਣਦਾ ਸੀ ਲਿਬਰਟੀ ਵਿੱਚ ਫੁੱਟਬਾਲ ਨੈੱਟਵਰਕ ਹੈ ਅਤੇ ਅਸੀਂ ਉਸ ਦੀਆਂ ਖੇਡਾਂ ਨੂੰ ਵੇਖ ਸਕਦੇ ਹਾਂ। ਸਮੱਸਿਆ ਕੇਵਲ ਇਹ ਹੈ ਕਿ ਅਸੀਂ ਪਰਮੇਸ਼ਰ ਦੇ ਸਵਰਗ ਵਿੱਚ ਇਹ ਕਦੇ ਨਹੀਂ ਵੇਖ ਪਾਵਾਂਗੇ। ਇਹ ਡਿਸ਼ ਉੱਥੇ ਕਿਤੇ ਹੋ ਸਕਦੀ ਹੈ ਕਿ ਅਸੀਂ ਤਸਵੀਰ ਵੇਖ ਸਕੀਏ, ਪਰ ਜਦ ਤਸਵੀਰ ਵੇਖੀਏ ਤਾਂ ਆਵਾਜ਼ ਨਾ ਸੁਣ ਸਕੀਏ ਅਤੇ ਜਦ ਆਵਾਜ਼ ਸੁਣੀਏ ਤਾਂ ਤਸਵੀਰ ਨਾ ਦੇਖ ਸਕੀਏ। ਮੈਂ 5 ਫੁੱਟਬਾਲ ਮੈਚ ਵੇਖੇ ਅਤੇ ਸਮੇਂ ਵਿੱਚ ਸੈਨ ਡਿਏਗੋ ਆ ਗਿਆ ਕਿਉਂਕਿ ਮੈਂ ਇਤਵਾਰ ਨੂੰ ਸਵੇਰੇ ਸੰਦੇਸ਼ ਦੇਣਾ ਸੀ। ਹੁਣ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ, ਮੈਨੂੰ ਬੜੀ ਜ਼ਰੂਰੀ ਕੰਮ ਕਰਨੇ ਸਨ। ਫਿਰ ਵੀ ਮੈਂ ਉੱਥੇ ਗਿਆ ਅਤੇ ਮੈਂ ਉੱਥੇ ਸੀ, ਪਰ ਮੈਨੂੰ ਇਸ ਲਈ ਜਰਾ ਵੀ ਦੁੱਖ ਨਹੀਂ। ਇਹ ਮੇਰੇ ਲਈ ਇੱਕ ਚੁਣੌਤੀ ਸੀ ਅਤੇ ਮੈਂ ਸੋਚਿਆ ਕਿ ਉਸ ਦੇ ਨੇੜੇ ਰਹਿਣ ਦੀ ਜ਼ਿੰਮੇਵਾਰੀ ਨੂੰ ਨਿਭਾਵਾਂ। ਨੰਬਰ 6, ਬੱਚਿਆਂ ਦੀ ਵਾਪਸੀ ਲਈ ਯੋਜਨਾ ਬਣਾਉਣ। ਮੈਂ ਇਸ ਨੂੰ ਇਸ ਜਗ੍ਹਾ ਤੇ ਜੋੜਨਾ ਚਾਹੁੰਦਾ ਹਾਂ ਅਤੇ ਮੈਂ ਜਾਣਦਾ ਹਾਂ ਕਿ ਇਹ ਇੱਕ ਵਿਆਖਿਆ ਨਹੀਂ ਹੈ, ਪਰ ਮੈਂ ਚਾਹੁੰਦਾ ਹਾਂ ਕਿ ਤੁਸੀਂ ਧਿਆਨ ਨਾਲ ਸੁਣੋ। ਨੰਬਰ 6, ਤੁਹਾਨੂੰ ਜ਼ਰੂਰਤ ਹੈ ਕਿ ਉਹਨਾਂ ਦੀ ਵਾਪਸੀ ਲਈ ਯੋਜਨਾ ਬਣਾਓ। ਉਹ ਵਾਪਸ ਆਉਣਗੇ ਭਾਵੇਂ ਉਹਨਾਂ ਨੇ ਸ਼ਾਦੀ ਕਰ ਲਈ ਹੋਵੇ,
ਫਿਰ ਵੀ ਉਹ ਵਾਪਸ ਆਉਣਗੇ। ਤੁਹਾਨੂੰ ਚਾਹੀਦਾ ਹੈ ਕਿ ਉਹਨਾਂ ਦੇ ਖਜ਼ਾਨੇ ਨੂੰ ਸੰਭਾਲ ਕੇ ਰੱਖੋ। ਤੁਸੀਂ ਜਾਣਦੇ ਹੋ, ਜਦ ਉਹ ਗਏ ਸੀ ਤਦ ਆਪਣੇ ਨਾਲ ਆਪਣਾ ਸਾਰਾ ਕੂੜਾ ਕਰਕਟ ਨਾਲ ਨਹੀਂ ਲੈ ਕੇ ਗਏ ਸੀ। ਮੈਂ ਉਸ ਨੂੰ ਵੇਖਦਾ ਹਾਂ, ਉਹ ਆਪਣਾ ਸਾਰਾ ਕੂੜਾ ਕਰਕਟ ਘਰ ਵਿੱਚ ਹੀ ਛੱਡ ਕੇ ਗਏ ਸੀ। ਤੁਸੀਂ ਜਾਣਦੇ ਹੋ, ਇਸ ਵੇਲੇ ਵੀ ਮੇਰੇ 2 ਕਮਰੇ ਕੂੜੇ ਕਰਕਟ ਨਾਲ ਭਰੇ ਹੋਏ ਹਨ। ਮੇਰਾ ਮਤਲਬ ਹੈ, ਇਹ ਸੱਚਮੁੱਚ ਕੂੜਾ ਕਰਕਟ ਢੇਰ ਹੈ, ਪਰ ਇਸ ਰੂਪ ਵਿੱਚ ਹੀ ਉਹਨਾਂ ਦਾ ਖਜ਼ਾਨਾ ਹੈ ਅਤੇ ਉਹਨਾਂ ਦੀਆਂ ਟਰਾਫੀਆਂ ਅਲਮਾਰੀ ਦੇ ਦਰਵਾਜ਼ੇ ਵਿੱਚ ਹਨ ਅਤੇ ਕਈ ਪਲੇਟਾਂ ਦੀਵਾਰ ਤੇ ਟੰਗੀਆਂ ਹਨ ਅਤੇ ਸਿਰ ਤੇ ਪਾਉਣ ਵਾਲੇ ਸੁਨਹਿਰੀ ਟੋਪ ਉਸ ਜਗ੍ਹਾ ਤੇ ਪਿਆ ਹੈ। ਕਿਸੇ ਦਿਨ ਉਹ ਆਉਣਗੇ ਅਤੇ ਇਹਨਾਂ ਚੀਜ਼ਾਂ ਨੂੰ ਇਕੱਠੀਆਂ ਕਰਨਗੇ, ਪਰ ਹੁਣ ਉਹਨਾਂ ਦੇ ਅਪਾਰਟਮੈਂਟ ਵਿੱਚ ਇਹਨਾਂ ਚੀਜ਼ਾਂ ਲਈ ਜਗ੍ਹਾ ਨਹੀਂ, ਇਸ ਲਈ ਅਸੀਂ ਸੰਭਾਲਿਆ ਨਹੀਂ ਹੋਇਆ। ਅਸੀਂ ਉਹਨਾਂ ਨੂੰ ਦੱਸਦੇ ਹਾਂ ਕਿ ਇੱਥੇ ਸਦਾ ਉਹਨਾਂ ਦਾ ਸਵਾਗਤ ਹੈ। ਕੀ ਤੁਸੀਂ ਜਾਣਦੇ ਹੋ ਕਿ ਉਹਨਾਂ ਦੇ ਘਰ ਵਾਪਸ ਆਉਣ ਦਾ ਇੱਕ ਦੂਸਰਾ ਪਹਿਲੂ ਵੀ ਹੈ, ਜੋ ਸਮਾਜ ਦਾ ਇੱਕ ਨਵਾਂ ਚਲਣ ਹੈ। ਉਹ ਇਹ ਹੈ ਕਿ ਸਾਡੇ ਕਈ ਜਵਾਨ ਬੱਚੇ ਹਨ, ਉਹ ਵਾਪਸ ਆਉਂਦੇ ਹਨ। ਉਹ ਸੈਰ ਕਰਨ ਵਾਸਤੇ ਵਾਪਸ ਨਹੀਂ ਆਉਂਦੇ, ਉਹ ਰਹਿਣ ਲਈ ਵਾਪਸ ਆਉਂਦੇ ਹਨ। ਉਹ ਵਾਪਸ ਆਉਂਦੇ ਹਨ। ਸਰਵੇਖਣ ਦੀ ਰਿਪੋਰਟ ਦੱਸਦੀ ਹੈ ਕਿ 45 ਤੋਂ 54 ਸਾਲ ਦੀ ਉਮਰ ਦੇ ਮਾਂ-ਬਾਪ ਦੇ ਬੱਚੇ ਜਵਾਨ ਹੋ ਜਾਂਦੇ ਹਨ। 45% ਬੱਚੇ ਘਰ ਵਿੱਚ ਹੀ ਰਹਿੰਦੇ ਹਨ। ਤੁਸੀਂ ਜਾਣਦੇ ਹੋ, ਮੇਰੇ ਕੋਲ ਬਹੁਤ ਸਾਰੇ ਲੋਕਾਂ ਨੇ ਪੁੱਛਿਆ ਕੀ ਤੁਹਾਨੂੰ ਕਰਨਾ ਚਾਹੀਦਾ ਹੈ ਜਦ ਤੁਹਾਡੇ ਬੱਚੇ ਤੁਹਾਨੂੰ ਛੱਡ ਕੇ ਜਾਂਦੇ ਹਨ ਅਤੇ ਉਹ ਵਾਪਸ ਆਉਣਾ ਚਾਹੁੰਦੇ ਹਨ। ਮੈਂ ਸੋਚਦਾ ਹਾਂ, ਜੋ ਤੁਹਾਨੂੰ ਪਹਿਲੀ ਚੀਜ਼ ਕਰਨੀ ਚਾਹੀਦੀ ਹੈ, ਉਹਨਾਂ ਨੂੰ ਪੁੱਛੋ ਤੁਸੀਂ ਇਹ ਕਿੰਨੀ ਜਲਦੀ ਚਾਹੁੰਦੇ ਹੋ ਅਤੇ ਉੱਤਰ ਲੱਭੋ। ਤਦ ਆਪਣੀ ਪਤਨੀ ਨਾਲ ਪ੍ਰਾਰਥਨਾ ਕਰੋ। ਤੁਸੀਂ ਜਾਣਦੇ ਹੋ ਕਿ ਉਹ ਕਿੱਥੋਂ ਆ ਰਹੇ ਹਨ, ਪਰ ਮੈਂ ਤੁਹਾਨੂੰ ਯਾਦ ਕਰਾਉਣਾ ਚਾਹੁੰਦਾ ਹਾਂ ਤਾਂ ਜੋ ਧਰਮ ਸ਼ਾਸਤਰ ਵਿੱਚ, ਜਿਸ ਦਾ ਮਨਨ ਮੈਂ ਇਸ ਹਫ਼ਤੇ ਕੀਤਾ। ਕੀ ਤੁਸੀਂ ਜਾਣਦੇ ਹੋ, ਬਾਈਬਲ ਵਿੱਚ ਇੱਕ ਪਰਿਵਾਰ ਦੀ ਕਹਾਣੀ ਹੈ ਜਿਨ੍ਹਾਂ ਦਾ ਇੱਕ ਬੱਚਾ ਘਰ ਛੱਡ ਕੇ ਚਲਾ ਗਿਆ ਅਤੇ ਜਵਾਨ ਹੋ ਕੇ ਘਰ ਵਿੱਚ ਰਹਿਣ ਲਈ ਆਉਂਦਾ ਹੈ। ਇਹ ਕਹਾਣੀ ਲੂਕਾ ਦੇ 15 ਅਧਿਆਏ ਵਿੱਚ ਹੈ। ਜਦ ਤੁਹਾਨੂੰ ਮੌਕਾ ਮਿਲੇ ਤੁਸੀਂ ਇਸ ਨੂੰ ਪੜ੍ਹ ਸਕਦੇ ਹੋ। ਅਸੀਂ ਇਸ ਨੂੰ ਅਕਸਰ ਉੜਾਊ ਪੁੱਤਰ ਦੀ ਕਹਾਣੀ ਕਹਿ ਸਕਦੇ ਹਾਂ। ਜੋ ਕੁਝ ਉਸ ਦਾ ਸੀ ਉਹ ਸਭ ਕੁਝ ਲੈ ਕੇ ਚਲਾ ਗਿਆ। ਉਸਨੇ ਘਰ ਦਾ ਵਾਤਾਵਰਣ ਬਦਲ ਦਿੱਤਾ ਅਤੇ ਇਸ ਤਰ੍ਹਾਂ ਹੀ ਅੱਜ ਦੇ ਬੱਚੇ ਸਾਡੇ ਨਾਲ ਕਰਦੇ ਹਨ। ਉਸਨੇ ਘਰ ਦੇ ਪ੍ਰਤੀ ਵਿਰੋਧ ਕੀਤਾ ਅਤੇ ਜਦ ਉਹ ਚਲਾ ਗਿਆ ਉਹ ਆਪਣਾ ਸਭ ਕੁਝ ਗਵਾ ਬੈਠਾ ਜੋ ਉਸਦੇ ਕੋਲ ਸੀ। ਅਤੇ ਤਦ ਇੱਕ ਦਿਨ ਇੱਕ क्षण ਉਸ ਨੂੰ ਹੋਸ਼ ਆਇਆ ਜਦ ਉਸ ਨੇ ਆਪਣੀ ਹਾਲਤ ਵੇਖੀ ਅਤੇ ਧਿਆਨ ਕੀਤਾ ਕਿ ਉਸਦੇ ਬਾਪ ਕੋਲ ਤਾਂ ਮੇਰੇ ਵਰਗੇ ਕਈ ਨੌਕਰ ਕੰਮ ਕਰਦੇ ਹਨ। ਅਤੇ ਬਾਈਬਲ ਬਿਆਨ ਕਰਦੀ ਹੈ, ਉਸ ਅੜਾਊ ਪੁੱਤਰ ਨੇ ਫੈਸਲਾ ਕੀਤਾ, ਮੈਂ ਉਤਾਂ ਅਤੇ ਆਪਣੇ ਬਾਪ ਕੋਲ ਜਾਵਾਂਗਾ। ਮੈਂ ਇਸ ਹਫ਼ਤੇ ਤੋਂ ਪਹਿਲਾਂ ਇਸ ਬਾਰੇ ਅਹਿਸਾਸ ਨਹੀਂ ਕੀਤਾ ਸੀ। ਉਹ ਵਾਪਸ ਆਇਆ। ਮੈਂ ਦੱਸਣਾ ਚਾਹੁੰਦਾ ਹਾਂ ਕਿ ਜਦ ਉਹ ਵਾਪਸ ਆਇਆ ਤਾਂ ਕੀ ਹੋਇਆ। ਜੇ ਤੁਸੀਂ ਇਹ ਕਹਾਣੀ ਪਹਿਲਾਂ ਨਹੀਂ ਸੁਣੀ ਤੇ ਧਿਆਨ ਨਾਲ ਸੁਣੋ। ਲੂਕਾ 15 ਅਧਿਆਇ ਦੱਸਦਾ ਹੈ, ਅਤੇ ਜਦ ਉਹ ਘਰ ਤੋਂ ਦੂਰ ਹੀ ਸੀ, ਉਸ ਦੇ ਪਿਤਾ ਨੇ ਉਸ ਨੂੰ ਵੇਖਿਆ ਅਤੇ ਉਸ ਦੇ ਪ੍ਰਤੀ ਪਿਆਰ ਨਾਲ ਭਰ ਗਿਆ ਅਤੇ ਭੱਜ ਕੇ ਉਹਨੂੰ ਗਲੇ ਲਗਾ ਲਿਆ ਅਤੇ ਚੁੰਮਿਆ। ਅਤੇ ਤਦ ਉਸ ਪੁੱਤਰ ਨੇ ਆਖਿਆ, ਪਿਤਾ ਜੀ, ਮੈਂ ਪਾਪ ਕੀਤਾ ਹੈ। ਪਿਤਾ ਨੇ ਘਰ ਵਿੱਚ ਉਸ ਬੱਚੇ ਦਾ ਸਵਾਗਤ ਕੀਤਾ ਜਿਸ ਨੇ ਆਪਣੀ ਗਲਤੀ ਮੰਨ ਲਈ ਸੀ। ਮੈਂ ਸੋਚਦਾ ਹਾਂ, ਐਸੇ ਹੀ ਹਾਲਾਤ ਵਿੱਚ ਪਰਮੇਸ਼ਰ ਆਸ਼ਾ ਕਰਦਾ ਹੈ ਕਿ ਪਿਤਾ ਇਸ ਤਰ੍ਹਾਂ ਦਾ ਹੀ ਵਰਤਾਓ ਕਰੇ। ਨੰਬਰ 7, ਆਪਣੇ ਜੀਵਨ ਨੂੰ ਇੱਕ ਵਾਰ ਫਿਰ ਸਵਾਰਨਾ। ਨੰਬਰ 7 ਇਸ ਤਰ੍ਹਾਂ ਆਖਦਾ ਹੈ, ਆਪਣੀ ਇੱਛਾ ਨੂੰ ਬਦਲ ਕੇ ਆਪਣੇ ਜੀਵਨ ਨੂੰ ਫਿਰ ਸਵਾਰੀਏ। ਦੂਸਰੇ ਸ਼ਬਦਾਂ ਵਿੱਚ ਇਸ ਤਰ੍ਹਾਂ ਕਹਿ ਸਕਦੇ ਹਾਂ, ਆਪਣੇ ਹੌਸਲੇ ਨੂੰ ਫਿਰ ਬੁਲੰਦ ਕਰੀਏ। ਇਹ ਜੀਵਨ ਦਾ ਅੰਤ ਨਹੀਂ ਹੈ। ਮੰਮੀ ਅਤੇ ਡੈਡੀ, ਇਹ ਤੁਹਾਡੇ ਜੀਵਨ ਦੇ ਇੱਕ ਹਿੱਸੇ ਦਾ ਅੰਤ ਹੈ। ਅਤੇ ਮੈਂ ਬਹੁਤ ਸਾਰੇ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਉਹਨਾਂ ਨੇ ਆਖਿਆ, ਜੀਵਨ ਦਾ ਅਲੱਗ ਹਿੱਸਾ ਪਿਛਲੇ ਬੀਤੇ ਹੋਏ ਹਿੱਸੇ ਤੋਂ ਜ਼ਿਆਦਾ ਸੁਹਾਵਣਾ ਹੈ। ਜੇ ਤੁਸੀਂ ਆਪਣੀਆਂ ਪਹਿਲੀਆਂ ਜ਼ਰੂਰਤਾਂ ਵਾਲੀਆਂ ਚੀਜ਼ਾਂ ਵਿੱਚ ਬਦਲਾਅ ਕਰ ਲਵੋ ਤਾਂ ਤੁਸੀਂ ਬਹੁਤ ਅੱਛਾ ਕਰ ਸਕਦੇ ਹੋ ਅਤੇ ਤੁਸੀਂ ਜੀਵਨ ਦੇ ਅਗਲੇ ਹਿੱਸੇ ਵਿੱਚ ਆਨੰਦ ਮਨਾ ਸਕਦੇ ਹੋ। ਕੀ ਤੁਸੀਂ ਜਾਣਦੇ ਹੋ, ਦੋਨਾਂ ਅਤੇ ਮੇਰੀ ਸ਼ਾਦੀ ਦੇ ਬਾਅਦ ਸਾਨੂੰ 6 ਸਾਲ ਤੱਕ ਕੋਈ ਬੱਚਾ ਨਾ ਮਿਲਿਆ। ਅਸੀਂ 6 ਸਾਲ ਇਕੱਠੇ ਰਹੇ, ਪਰ 2 ਦੇ 2 ਹੀ ਸੀ। ਸਾਡੇ ਜੀਵਨ ਵਿੱਚ ਬੜਾ ਆਨੰਦ ਸੀ। ਕੀ ਤੁਸੀਂ ਜਾਣਦੇ ਹੋ, ਮੈਨੂੰ ਕਿਸ ਚੀਜ਼ ਦੀ ਕਮੀ ਮਹਿਸੂਸ ਹੁੰਦੀ ਸੀ? ਆਪਣੀ ਇੱਛਾ। ਕੀ ਤੁਸੀਂ ਜਾਣਦੇ ਹੋ, ਆਪਣੀ ਇੱਛਾ ਖਤਮ ਹੋ ਜਾਂਦੀ ਹੈ ਜਦ ਬੱਚੇ ਆ ਜਾਂਦੇ ਹਨ। ਕੀ ਕਦੇ ਤੁਸੀਂ ਇਸ ਵੱਲ ਧਿਆਨ ਦਿੱਤਾ ਹੈ? ਤੁਸੀਂ ਇਸ ਤਰ੍ਹਾਂ ਨਹੀਂ ਆਖ ਸਕਦੇ ਕਿ ਅਸੀਂ ਵੇਖਾਂਗੇ। ਨਹੀਂ, ਹੁਣ ਤੁਸੀਂ ਇਸ ਤਰ੍ਹਾਂ ਨਹੀਂ ਕਰ ਸਕਦੇ। ਪਰ ਮੇਰੇ ਕੁਝ ਅੱਛੇ ਦੋਸਤ ਜਿਨ੍ਹਾਂ ਦੇ ਬੱਚੇ ਹਨ, ਮੈਨੂੰ ਦੱਸਦੇ ਹਨ, ਜੀਵਨ ਦਾ ਉਹ ਹਿੱਸਾ ਜਦ ਬੱਚੇ ਨਹੀਂ ਸੀ, ਆਜ਼ਾਦੀ ਸੀ ਅਤੇ ਆਪਣੀ ਇੱਛਾ ਹੀ ਪੂਰੀ ਹੁੰਦੀ ਸੀ।
ਅਤੇ ਬਹੁਤ ਆਨੰਦ ਸੀ। ਜੇ ਤੁਸੀਂ ਕਦੇ ਇਕੱਠੇ ਹੋ ਕੇ ਪੁਰਾਣੇ ਸਮੇਂ ਵੱਲ ਵੇਖੋ, ਜਦ ਬੱਚੇ ਨਹੀਂ ਸੀ, ਤਾਂ ਉਹ ਸਮੇਂ ਆਨੰਦ ਨਾਲ ਭਰਪੂਰ ਸੀ। ਹੁਣ ਜਦ ਬੱਚੇ ਤੁਹਾਨੂੰ ਛੱਡ ਕੇ ਚਲੇ ਜਾਂਦੇ ਹਨ, ਜਿਨ੍ਹਾਂ ਨੂੰ ਤੁਸੀਂ ਪਹਿਲਾਂ ਪਾਲਿਆ ਪੋਛਿਆ ਹੁੰਦਾ ਸੀ, ਤੁਸੀਂ ਫਿਰ ਇੱਕ ਵਾਰ ਇਸ ਸਮੇਂ ਨੂੰ ਆਨੰਦ ਨਾਲ ਭਰ ਸਕਦੇ ਹੋ। ਜੇ ਤੁਸੀਂ ਇੱਕ ਦੂਜੇ ਲਈ ਫਿਰ ਪੁਰਾਣੇ ਪ੍ਰੇਮ ਦੀ ਤਰ੍ਹਾਂ ਆਪਣੇ ਜੀਵਨ ਨੂੰ ਬਣਾ ਲਵੋ। ਇੱਕ ਚੀਜ਼ ਅਕਸਰ ਅਸੀਂ ਕਰਦੇ ਹਾਂ, ਅਸੀਂ ਪੁਰਾਣੀਆਂ ਗੱਲਾਂ ਨੂੰ ਯਾਦ ਕਰਦੇ ਹੋਏ ਉਦਾਸ ਰਹਿੰਦੇ ਹਾਂ ਕਿ ਅਸੀਂ ਨਹੀਂ ਕਰਦੇ। ਅਸੀਂ ਯਾਦ ਕਰਦੇ ਹਾਂ ਕਿ ਅਸੀਂ ਰਾਤ ਤੱਕ ਜਾਗਦੇ ਰਹਿੰਦੇ ਸੀ ਕਿ ਬੱਚੇ ਨਹੀਂ ਆਏ, ਸਾਨੂੰ ਬਦਲਾਅ ਦੀ ਜ਼ਰੂਰਤ ਹੈ। ਮੇਰਾ ਮਤਲਬ ਹੈ, ਸਭ ਠੀਕ ਹੈ। ਜੇ ਹੁਣ ਉਹ ਨਹੀਂ ਹਨ, ਸਾਨੂੰ ਚਿੰਤਾ ਨਹੀਂ ਕਰਨੀ ਚਾਹੀਦੀ। ਕੀ ਤੁਸੀਂ ਇਹ ਸਭ ਗੱਲਾਂ ਨੂੰ ਛੱਡਣ ਲਈ ਤਿਆਰ ਹੋ? ਇਹ ਹੀ ਉਹ ਚੀਜ਼ ਹੈ ਜਿਸ ਦੇ ਬਾਰੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ। ਇਸ 7ਵੇਂ ਨਿਯਮ ਵਿੱਚ ਜੋ ਮੈਂ ਦੱਸਣਾ ਚਾਹੁੰਦਾ ਹਾਂ ਕਿ ਤੁਸੀਂ ਆਪਣੇ ਜੀਵਨ ਵਿੱਚ ਉਹਨਾਂ ਚੀਜ਼ਾਂ ਵੱਲ ਧਿਆਨ ਲਗਾਓ ਜੋ ਬਚੀਆਂ ਹੋਈਆਂ ਹਨ। ਉਹਨਾਂ ਚੀਜ਼ਾਂ ਵੱਲ ਨੂੰ ਨਾ ਵੇਖੋ ਜੋ ਚਲੀਆਂ ਗਈਆਂ ਹਨ, ਅਤੇ ਆਨੰਦ ਨਾਲ ਅੱਗੇ ਵੱਧ ਕੇ ਆਪਣੇ ਜੀਵਨ ਨੂੰ ਖੁਸ਼ੀ ਨਾਲ ਭਰੋ। ਤੁਸੀਂ 20 ਸਾਲ ਆਪਣੇ ਬੱਚਿਆਂ ਨੂੰ ਦੇ ਚੁੱਕੇ ਹੋ। ਹੁਣ ਤੁਸੀਂ ਜੀਵਨ ਦੇ ਬਾਕੀ ਸਾਲ ਇੱਕ ਦੂਜੇ ਨੂੰ ਦੇਣ ਲਈ ਫਿਰ ਸ਼ੁਰੂ ਕਰ ਸਕਦੇ ਹੋ। ਨੰਬਰ 8, ਮਾਂ-ਬਾਪ ਹਮੇਸ਼ਾ ਹੀ ਮਾਂ-ਬਾਪ ਹੀ ਰਹਿੰਦੇ ਹਨ। ਅੰਤ ਵਿੱਚ ਨਿਯਮ ਨੰਬਰ 8, ਮੈਂ ਨਹੀਂ ਚਾਹੁੰਦਾ ਕਿ ਆਪਣੇ ਸੰਦੇਸ਼ ਦਾ ਅੰਤ ਦੁਖਦਾਈ ਮਾਹੌਲ ਵਿੱਚ ਕਰਾਂ, ਅਤੇ ਤੁਸੀਂ ਵੀ ਇਹ ਪਸੰਦ ਨਹੀਂ ਕਰੋਗੇ। ਪਰ ਇਹ ਸੱਚ ਹੈ ਕਿ ਮਾਂ-ਬਾਪ ਹਮੇਸ਼ਾ ਮਾਂ-ਬਾਪ ਹੀ ਰਹਿੰਦੇ ਹਨ। ਇਹ ਸਦਾ ਲਈ ਸੱਚ ਹੈ। ਤੁਸੀਂ ਇੱਕ ਦਿਨ ਆਪਣੇ ਥੱਕੇ ਹੋਏ ਮਾਤਾ-ਪਿਤਾ ਦੇ ਪੈਰਾਂ ਵਿੱਚ ਅੜੰਗਾ ਲਗਾਉਂਦੇ ਹੋ। ਮੈਂ ਚਾਹੁੰਦਾ ਹਾਂ ਤੁਸੀਂ ਇਸ ਨੂੰ ਜਾਣ ਲਵੋ। ਤੁਸੀਂ ਇਸ ਨੂੰ ਕਰੋਗੇ। ਕਈ ਸਾਲ ਪਹਿਲਾਂ ਮੈਂ ਨਿਊਯਾਰਕ ਵਿੱਚ ਇੱਕ ਸੈਮੀਨਾਰ ਵਿੱਚ ਉਪਦੇਸ਼ ਦੇ ਰਿਹਾ ਸੀ। ਮੈਂ ਪ੍ਰਸ਼ਨ ਕੀਤਾ ਸੀ ਅਤੇ ਉੱਤਰ ਦੇਣ ਦਾ ਸਮਾਂ ਸੀ। ਜਦ ਇਹ ਹੀ ਗੱਲ ਪੁੱਛੀ ਤਾਂ ਇੱਕ ਵਿਅਕਤੀ ਨੇ ਹੱਥ ਖੜਾ ਕਰਕੇ ਕਿਹਾ, ਪਾਸਟਰ ਜਰਮੀਆ, ਤੁਸੀਂ ਬਿਲਕੁਲ ਠੀਕ ਆਖਦੇ ਹੋ ਕਿ ਮਾਂ-ਬਾਪ ਸਦਾ ਹੀ ਮਾਂ-ਬਾਪ ਹਨ। ਉਸਨੇ ਆਖਿਆ, ਮੇਰਾ ਇੱਕ ਦੋਸਤ, ਉਸਦੇ ਬੱਚੇ ਪੂਰੀ ਤਰ੍ਹਾਂ ਵੱਡੇ ਹੋ ਚੁੱਕੇ ਹਨ। ਉਹ ਘਰ ਛੱਡ ਕੇ ਜਾ ਚੁੱਕੇ ਹਨ। ਉਹ ਹਰ ਵੇਲੇ ਉਹਨਾਂ ਦੇ ਬਾਰੇ ਹੀ ਚਿੰਤਾ ਕਰਦਾ ਰਹਿੰਦਾ ਹੈ ਕਿ ਉਹ ਸਹੀ ਤਰੀਕੇ ਨਾਲ ਖਾ ਪੀ ਰਹੇ ਹੋਣਗੇ, ਕਿ ਉਹ ਠੀਕ ਤਰੀਕੇ ਨਾਲ ਆਪਣੇ ਪਾਉਣ ਵਾਲੇ ਕੱਪੜਿਆਂ ਦਾ ਧਿਆਨ ਰੱਖ ਰਹੇ ਹੋਣਗੇ, ਕਿ ਉਹ ਆਪਣੇ ਆਪ ਦਾ ਧਿਆਨ ਰੱਖਦੇ ਹੋਣਗੇ। ਅਤੇ ਉਸਨੇ ਆਖਿਆ, ਮੇਰੇ ਦੋਸਤ 90 ਸਾਲ ਦਾ ਹੈ ਅਤੇ ਉਸਦੇ ਬੱਚੇ 70 ਸਾਲ ਦੇ ਹਨ। ਅਤੇ ਮੈਂ ਪਰੇਸ਼ਾਨ ਹੋ ਗਿਆ। ਮੇਰਾ ਮਤਲਬ ਹੈ, ਮੈਂ ਪੂਰੀ ਤਰ੍ਹਾਂ ਹੈਰਾਨ ਹੋ ਗਿਆ। ਇਹ ਇੱਕ ਸੱਚੀ ਕਹਾਣੀ ਹੈ। ਅਤੇ ਤੁਸੀਂ ਜਾਣਦੇ ਹੋ ਕਿ ਮਾਂ-ਬਾਪ ਹਮੇਸ਼ਾ ਮਾਂ-ਬਾਪ ਹੀ ਰਹਿੰਦੇ ਹਨ। ਇਹ ਹੀ ਹੈ ਮੈਂ ਦੱਸਣਾ ਚਾਹੁੰਦਾ। ਤੁਹਾਡੇ ਬੱਚੇ ਹਮੇਸ਼ਾ ਬੱਚੇ ਹੀ ਰਹਿੰਦੇ ਹਨ। ਤੁਸੀਂ ਹਮੇਸ਼ਾ ਮਾਂ-ਬਾਪ ਹੀ ਰਹਿੰਦੇ ਹੋ। ਪੂਰੇ ਸੰਸਾਰ ਨੇ ਹੀ 1992 ਸਮਰ ਓਲੰਪਿਕ ਗੇਮਸ ਨੂੰ ਵੇਖਿਆ ਜੋ ਬਰਸਲੋਨਾ ਵਿੱਚ ਹੋਈ ਸੀ। ਸਾਡੇ ਵਿੱਚੋਂ ਬਹੁਤ ਸਾਰੇ ਲੋਕਾਂ ਨੇ ਪੁਰਖਾਂ ਦੀ 400 ਮੀਟਰ ਰੇਸ ਨੂੰ ਵੇਖਿਆ। ਕੁਝ ਸਮੇਂ ਲਈ ਤਾਂ ਅਸੀਂ ਭੁੱਲ ਗਏ ਕਿ ਕੌਣ ਜਿੱਤਿਆ, ਪਰ ਜਦ ਅਸੀਂ ਸਾਰਿਆਂ ਨੇ ਵੇਖਿਆ, ਉਹ ਇੱਕ ਬ੍ਰਿਟਿਸ਼ ਦੌੜਕ ਸੀ ਜਿਸ ਦਾ ਨਾਮ ਡਾਰਕ ਰੌਡ ਮੌਟ ਸੀ। ਡਾਰਕ ਰੌਡ ਮੌਟ ਜੋਸ਼ ਨਾਲ ਦੌੜਿਆ, ਪਰ ਅੱਧੇ ਰਾਸਤੇ ਵਿੱਚ ਲੜਖੜਾਉਂਦਾ ਟਰੈਕ ਨਾਲ ਟਕਰਾ ਗਿਆ। ਨਿਰਾਸ਼ਾ ਦਾ ਗਹਿਰਾ ਅਸਰ ਉਹਦੇ ਚਿਹਰੇ ਤੇ ਸਾਫ਼ ਝਲਕ ਰਿਹਾ ਸੀ। ਉਸਨੇ ਆਪਣੇ ਪੈਰਾਂ ਤੇ ਖੜੇ ਹੋਣ ਦੀ ਕੋਸ਼ਿਸ਼ ਕੀਤੀ। ਓਲੰਪਿਕ ਦੇ ਅਧਿਕਾਰੀਆਂ ਨੇ ਜਲਦੀ ਨਾਲ ਉਹਨੂੰ ਟਰੈਕ ਤੋਂ ਹਟਾਇਆ, ਪਰ ਜੋ ਹੰਝੂ ਉਸਦੇ ਚਿਹਰੇ ਉੱਤੇ ਆ ਗਏ ਸਨ, ਉਹਨਾਂ ਨੂੰ ਉਸਨੇ ਪੂੰਝਿਆ। ਅਚਾਨਕ ਅਸੀਂ ਜੋ ਵੇਖ ਰਹੇ ਸੀ, ਉਸ ਤੇ ਨਜ਼ਰਾਂ ਲੱਗੀਆਂ ਹੋਈਆਂ ਸੀ ਕਿ ਹੁਣ ਕੀ ਕਰੇਗਾ। ਉਹ ਰੇਸ ਨੂੰ ਪੂਰੀ ਕਰਨ ਜਾ ਰਿਹਾ ਸੀ। ਸਾਲ ਭਰ ਦਾ ਅਭਿਆਸ, ਮਿਹਨਤ, ਕੁਰਬਾਨੀ ਬਰਸਲੋਨਾ ਦੇ ਮੈਦਾਨ ਵਿੱਚ ਖਿੰਨ-ਪਿੰਨ ਹੋਣ ਜਾ ਰਹੀ ਸੀ, ਪਰ ਉਹ ਆਪਣੀ ਰੇਸ ਪੂਰੀ ਕਰਨ ਲਈ ਦੌੜਿਆ। ਦਰਦ ਇੰਨੀ ਜ਼ਿਆਦਾ ਸੀ ਕਿ ਉਹ ਇੱਕ ਵਾਰ ਫਿਰ ਲੜਖੜਾਇਆ, ਪਰ ਉਸਨੇ ਆਪਣੀ ਆਸ਼ਾ ਨਹੀਂ ਛੱਡੀ। ਉਹ ਲੜਖੜਾਉਂਦਾ ਹੋਇਆ ਹੀ ਦੌੜਦਾ ਗਿਆ। ਕੁਝ ਦੇਰ ਤਾਂ ਇੰਜ ਲੱਗਾ ਕਿ ਉਹ ਆਪਣੀ ਰੇਸ ਪੂਰੀ ਨਹੀਂ ਕਰ ਪਾਵੇਗਾ। ਰੇਸ ਖਤਮ ਹੋ ਗਈ ਤਦ ਲੋਕਾਂ ਦੀ ਭੀੜ ਡਾਰਕ ਲਈ ਤਾੜੀਆਂ ਮਾਰ ਕੇ ਚਲਾ ਰਹੀ ਸੀ। ਉਸ ਦੀ ਭਿਅੰਕਰ ਦਰਦ ਲੋਕਾਂ ਦੀ ਖੁਸ਼ੀ ਵਿੱਚ ਦੂਰ ਹੋ ਗਈ ਸੀ। ਤਦ ਇੱਕ ਬਜ਼ੁਰਗ ਆਦਮੀ ਗੈਰ ਕਾਨੂੰਨੀ ਤਰੀਕੇ ਨਾਲ ਟਰੈਕ ਤੋੜਦਾ ਹੋਇਆ ਉੱਥੇ ਆ ਰਿਹਾ ਸੀ। ਉਹ ਡੈਰਿਕ ਰੋਡ ਮੋੜ ਦੇ ਕੋਲ ਆਇਆ ਅਤੇ ਉਸ ਨੂੰ ਗਲੇ ਨਾਲ ਲਾ ਲਿਆ। ਡੈਰਿਕ ਨੇ ਆਪਣੇ ਮੋਢੇ ਤੋਂ ਹੱਥ ਫੜ ਕੇ ਦੂਰ ਕੀਤਾ। ਉਹ ਆਦਮੀ ਕੋਈ ਅਧਿਕਾਰੀ ਨਹੀਂ ਸੀ ਜੋ ਡੈਰਿਕ ਨੂੰ ਬਾਹਰ ਲਿਜਾਣਾ ਚਾਹੁੰਦਾ ਸੀ। ਉਹ ਆਦਮੀ ਤਾਂ ਉਸ ਦੇ ਹੌਸਲੇ ਨੂੰ ਵਧਾਉਣ ਦੀ ਕੋਸ਼ਿਸ਼ ਕਰ ਰਿਹਾ ਸੀ, ਕਿਉਂ ਜੋ ਉਸਨੇ ਬੜੀ ਹਿੰਮਤ ਨਾਲ ਰੇਸ ਪੂਰੀ ਕੀਤੀ ਸੀ। ਤੁਸੀਂ ਜਾਣਦੇ ਹੋ ਉਹ ਆਦਮੀ ਕੌਣ ਸੀ? ਉਹ ਆਦਮੀ ਡੈਰਿਕ ਰੈਡਮੋਰ ਦਾ ਪਿਤਾ ਸੀ। ਅਤੇ ਜਦ ਕਦੇ ਮੈਂ ਇਹ ਕਹਾਣੀ ਯਾਦ ਕਰਦਾ ਹਾਂ, ਤਦ ਭਾਵਨਾ ਨਾਲ ਭਰ ਜਾਂਦਾ ਹਾਂ। ਹੋ ਪਰਮੇਸ਼ਰ, ਮੈਂ ਚਾਹੁੰਦਾ ਹਾਂ ਕਿ ਇਸ ਤਰ੍ਹਾਂ ਦਾ ਹੀ ਬਾਪ ਬਣਾ।
ਮੈਂ ਚਾਹੁੰਦਾ ਹਾਂ ਇਸ ਤਰ੍ਹਾਂ ਦਾ ਹੀ ਮਾਹੌਲ ਮੇਰੇ ਪਰਿਵਾਰ ਵਿੱਚ ਹੋਵੇ। ਮੈਂ ਚਾਹੁੰਦਾ ਹਾਂ ਮੇਰੇ ਬੱਚੇ ਇਹ ਜਾਣ ਸਕਣ, ਭਾਵੇਂ ਕੁਝ ਵੀ ਹੋਵੇ, ਰੇਸ ਤਾਂ ਭਾਵੇਂ ਕਿੰਨੀ ਔਖੀ ਹੋਵੇ, ਉਹਨਾਂ ਦਾ ਇੱਕ ਪਿਤਾ ਹੈ ਜੋ ਉਹਨਾਂ ਦਾ ਧਿਆਨ ਰੱਖਦਾ ਹੈ ਅਤੇ ਉਹਨਾਂ ਦੀ ਹਰੇਕ ਜ਼ਰੂਰਤ ਵਿੱਚ ਉਹਨਾਂ ਦੇ ਨਾਲ ਹੋਵੇਗਾ। ਅਤੇ ਇਸ ਲਈ ਮੈਂ ਦੱਸਣਾ ਚਾਹੁੰਦਾ ਹਾਂ ਜੋ ਸੱਚ ਹੈ ਕਿ ਸਾਡੇ ਸਾਰਿਆਂ ਦਾ ਇੱਕ ਪਿਤਾ ਹੈ ਜੋ ਸਵਰਗ ਵਿੱਚ ਹੈ। ਉਹ ਹਰ ਵੇਲੇ ਉੱਥੇ ਹੁੰਦਾ ਹੈ ਜਦ ਸਾਨੂੰ ਉਸ ਦੀ ਜ਼ਰੂਰਤ ਹੁੰਦੀ ਹੈ। ਉਹ ਭੀੜ ਨੂੰ ਚੀਰਦਾ ਹੋਇਆ ਆ ਕੇ ਸਾਡੇ ਮੋਢੇ ਉੱਤੇ ਹੱਥ ਰੱਖਦਾ ਹੈ ਅਤੇ ਸਾਡੀ ਸਹਾਇਤਾ ਕਰਦਾ ਹੈ ਕਿ ਅਸੀਂ ਆਪਣਾ ਕੰਮ ਪੂਰਾ ਕਰ ਸਕੀਏ। ਪਰਮੇਸ਼ਰ ਇਸ ਤਰ੍ਹਾਂ ਹੀ ਸਾਡੇ ਪਰਿਵਾਰ ਵਿੱਚ ਸਹਾਇਤਾ ਕਰਦਾ ਹੈ। ਡਾਕਟਰ ਜੇਮਸ ਡੌਬਸਨ ਨੇ ਆਪਣੀ ਚਿੱਠੀ ਵਿੱਚ ਆਪਣੇ ਪਰਿਵਾਰ ਦੇ ਦੁੱਖ ਦਾ ਵਰਣਨ ਕੀਤਾ ਸੀ, ਕਿਉਂ ਜੋ ਉਸ ਦਾ ਦੂਜਾ ਬੱਚਾ, ਜੋ ਉਸ ਦਾ ਇਕੱਲਾ ਪੁੱਤਰ ਸੀ, ਘਰ ਛੱਡ ਕੇ ਚਲਾ ਗਿਆ ਅਤੇ ਉਸ ਨੂੰ ਅਤੇ ਉਸ ਦੀ ਪਤਨੀ ਨੂੰ ਘਰ ਖਾਲੀ-ਖਾਲੀ ਨਜ਼ਰ ਆਉਂਦਾ ਸੀ। ਜਦ ਉਹ ਆਪਣੇ ਬੱਚੇ ਨੂੰ ਹਵਾਈ ਅੱਡੇ ਤੇ ਛੱਡਣ ਜਾ ਰਿਹਾ ਸੀ, ਤਦ ਉਹ ਆਪਣੀ ਕਾਰ ਵਿੱਚ ਬੈਠਾ ਹੋਇਆ ਬਹੁਤ ਦੁਖੀ ਸੀ। ਮੈਂ ਗੱਡੀ ਚਲਾਉਂਦਾ ਹੋਇਆ ਉਤਰਾਈ ਵੱਲ ਜਾ ਰਿਹਾ ਸੀ ਜਦ ਇੱਕ ਅਣਹੋਣੀ ਦੁੱਖ ਦੀ ਹਵਾ ਮੇਰੇ ਉੱਤੇ ਆਈ। ਮੈਂ ਸੋਚਿਆ ਮੈਂ ਉਸ ਨੂੰ ਜਾਂਦਾ ਹੋਇਆ ਨਹੀਂ ਵੇਖ ਸਕਦਾ। ਇਸ ਦਾ ਅਰਥ ਇਹ ਨਹੀਂ ਕਿ ਮੈਂ ਡਰ ਗਿਆ ਸੀ ਜਾਂ ਆਉਣ ਵਾਲੇ ਭਵਿੱਖ ਨੂੰ ਨਹੀਂ ਜਾਣਦਾ ਸੀ। ਨਹੀਂ, ਮੈਂ ਉਸ ਸਮੇਂ ਲਈ ਦੁਖੀ ਸੀ ਜੋ ਮੇਰੇ ਹੱਥੋਂ ਨਿਕਲ ਰਿਹਾ ਸੀ, ਜੋ ਮੇਰੇ ਜੀਵਨ ਦਾ ਸੁਨਹਿਰੀ ਸਮੇਂ ਸੀ, ਜਦ ਮੇਰੇ ਬੱਚਿਆਂ ਦੀ ਆਵਾਜ਼ ਮੇਰੇ ਘਰ ਵਿੱਚ ਗੂੰਜਦੀ ਸੀ। 18 ਸਾਲ ਦੀ ਉਮਰ ਵਿੱਚ ਗੁੱਡ ਬਾਏ ਕਹਿਣ ਦਾ ਸਮੇਂ ਆ ਗਿਆ ਸੀ। ਅੱਖਾਂ ਵਿੱਚ ਹੰਝੂ ਸਨ ਜਦ ਇਹ ਅਹਿਸਾਸ ਹੁੰਦਾ ਸੀ ਕਿ ਬੇਟੇ ਕਦੇ-ਕਦੇ ਬਰੇ ਵਿੱਚ ਆਇਆ ਕਰੇਗਾ। ਪਤਾ ਨਹੀਂ ਉਹਦਾ ਸੰਬੰਧ ਪਹਿਲੇ ਵਰਗਾ ਰਹੇਗਾ ਜਾਂ ਨਹੀਂ। ਹੋ ਸਕਦਾ ਹੈ ਪਹਿਲੇ ਤੋਂ ਵੀ ਅੱਛਾ ਹੋ ਜਾਵੇ, ਪਰ ਕੁਝ ਅੰਤਰ ਜ਼ਰੂਰ ਹੋਵੇਗਾ। ਅਤੇ ਇਸ ਤਰ੍ਹਾਂ ਮਨ ਵਿੱਚ ਗੱਲਾਂ ਕਰਦੇ ਹੋਏ ਘਰ ਵਾਪਸ ਆ ਗਿਆ। ਹੁਣ ਉਸ ਨੂੰ ਆਪਣਾ ਘਰ ਇੰਜ ਲੱਗਦਾ ਸੀ ਜਿਸ ਤਰ੍ਹਾਂ ਇੱਕ ਡੇਰਾ, ਲਾਸ਼ ਘਰ, ਅਜਾਇਬ ਘਰ। ਉਹ ਬੇਟੇ ਦੇ ਕਮਰੇ ਦੇ ਫਰਸ਼ ਉੱਤੇ ਬੈਠ ਗਿਆ, ਬਹੁਤ ਦੁਖੀ ਸੀ ਅਤੇ ਸੋਚ ਰਿਹਾ ਸੀ, ਸਵਰਗ ਵਿੱਚ ਜਾਣ ਲਈ ਇਸ ਧਰਤੀ ਉੱਤੇ ਯਾਤਰਾ ਕਰਦੇ ਹੋਏ ਇਸ ਅਲਗਾਉ ਦਾ ਕੀ ਅਰਥ ਹੈ? ਮਾਂ-ਬਾਪ ਹੋਣ ਕਰਕੇ ਮੇਰੇ ਲਈ ਇਹ ਅੰਤ ਨਹੀਂ ਸੀ, ਜਿਸ ਤਰ੍ਹਾਂ ਕਿ ਮੈਂ ਸੋਚ ਰਿਹਾ ਸੀ ਕਿ ਮੇਰੀ ਦੁਨੀਆ ਹਿੱਲ ਗਈ। ਮੈਂ ਦੁਖੀ ਸੀ ਕਿ ਇਨਸਾਨ ਆਪਣੇ ਹਾਲਾਤਾਂ ਵਿੱਚ ਕਿੰਨਾ ਦੁਖੀ ਹੁੰਦਾ ਹੈ। ਜਦ ਰਿਆਨ ਦਾ ਹਵਾਈ ਜਹਾਜ਼ ਲਾਸ ਏਂਜਲਸ ਵਿੱਚ ਉਤਰ ਗਿਆ, ਮੈਂ ਉਸ ਦੇ ਨਵੇਂ ਜੀਵਨ ਨੂੰ ਸਮਝ ਗਿਆ ਅਤੇ ਸਮਝ ਗਿਆ ਕਿ ਹਰੇਕ ਚੀਜ਼ ਦਾ ਸੁਭਾਅ ਥੋੜ੍ਹੀ ਦੇਰ ਲਈ ਹੀ ਹੈ। ਜਦ ਮੈਂ ਉਸ ਦੇ ਕਮਰੇ ਦੇ ਫਰਸ਼ ਉੱਤੇ ਬੈਠਾ ਹੋਇਆ ਸੀ, ਮੈਂ ਕੇਵਲ ਰਿਆਨ ਦੀ ਹੀ ਆਵਾਜ਼ ਨਹੀਂ ਸੁਣੀ, ਪਰ ਆਪਣੇ ਮਾਂ-ਬਾਪ ਨੂੰ ਵੀ ਹੱਸਦਿਆਂ ਹੋਇਆਂ ਵੇਖਿਆ ਜੋ ਕਦੇ ਇਸ ਤਰ੍ਹਾਂ ਹੀ ਮੈਨੂੰ ਪਿਆਰ ਕਰਦੇ ਸਨ। ਹੁਣ ਉਹ ਜਾ ਚੁੱਕੇ ਹਨ। ਇੱਕ ਦਿਨ ਸ਼ਰਲੇ ਅਤੇ ਮੈਂ ਵੀ ਉਹਨਾਂ ਕੋਲ ਜਾਵਾਂਗੇ, ਪਹਿਲੇ ਇੱਕ ਫਿਰ ਦੂਸਰਾ। ਅਸੀਂ ਸਭ ਇਸੇ ਤਰ੍ਹਾਂ ਹੀ ਗੁਜ਼ਰਦੇ ਜਾ ਰਹੇ ਹਾਂ। ਜਿਸ ਤਰ੍ਹਾਂ ਕਿ ਇੱਕ ਭਜਨਕਾਰ ਸ਼ਾਸਤਰ ਵਿੱਚ ਆਖਦਾ ਹੈ, ਜੀਵਨ ਉਬਲਦਾ ਹੈ ਅਤੇ ਫਿਰ ਠੰਡਾ ਹੋ ਕੇ ਸ਼ਾਂਤ ਹੋ ਜਾਂਦਾ ਹੈ। ਕੁਝ ਵੀ ਸਥਾਈ ਨਹੀਂ, ਨਾ ਹੀ ਸਬੰਧ ਜੋ ਘਰ ਪਰਿਵਾਰ ਵਿੱਚ ਹੁੰਦੇ ਹਨ। ਸਮੇਂ ਰਹਿੰਦੇ ਹੋਏ ਸਾਨੂੰ ਚਾਹੀਦਾ ਹੈ ਕਿ ਅਸੀਂ ਉਹਨਾਂ ਚੀਜ਼ਾਂ ਤੋਂ ਪਰੇ ਰਹੀਏ ਜਿਸ ਨੂੰ ਆਪਣਾ ਸਮਝ ਕੇ ਸ਼ਿਕੰਜਾ ਪਾਇਆ ਹੋਇਆ ਹੈ। ਰਾਜਾ ਦਾਊਦ ਬਹੁਤ ਚੰਗੀ ਤਰ੍ਹਾਂ ਇਸ ਨੂੰ ਬਿਆਨ ਕਰਦਾ ਹੈ। ਮਨੁੱਖ ਲਈ ਉਸ ਦੇ ਦਿਨ ਘਾਹ ਦੀ ਤਰ੍ਹਾਂ ਹਨ। ਉਹ ਫੁੱਲ ਵਾਂਗ ਮੈਦਾਨ ਵਿੱਚ ਖਿਲਦਾ ਹੈ ਅਤੇ ਫੁੱਲਦਾ ਫਲਦਾ ਹੈ, ਅਤੇ ਜਦ ਹਵਾ ਉਸ ਉੱਤੇ ਚੱਲਦੀ ਹੈ ਉਹ ਡਿੱਗ ਜਾਂਦਾ ਹੈ ਅਤੇ ਮੁਰਝਾ ਜਾਂਦਾ ਹੈ ਅਤੇ ਫਿਰ ਉਸ ਨੂੰ ਕੋਈ ਨਹੀਂ ਜਾਣਦਾ। ਸੱਚ ਆਖਦਾ ਹਾਂ, ਮੈਂ ਇੰਜ ਅਹਿਸਾਸ ਕੀਤਾ ਕਿ ਮੇਰੇ ਘਰ ਇਸ ਸਵੇਰ ਵੇਲੇ ਠੰਡੀ ਹਵਾ ਚੱਲ ਰਹੀ ਹੈ ਅਤੇ ਮੈਂ ਇਸ ਦਾ ਅਰਥ ਸਮਝ ਗਿਆ ਹਾਂ। ਆਮੀਨ। ਦੋਸਤੋ, ਅੱਜ ਅਸੀਂ ਪਰਮੇਸ਼ਰ ਦੇ ਦਾਸ ਡਾਕਟਰ ਡੇਵਿਡ ਯਰਮਾਇਆ ਦੇ ਕੋਲੋਂ ਪਰਮੇਸ਼ਰ ਦੇ ਵਿੱਚ ਹੋਣ ਵਾਲੇ ਬਦਲਾਵ ਦੇ ਨਿਯਮਾਂ ਬਾਰੇ ਸਿੱਖ ਰਹੇ ਸੀ। ਇਹ ਵਿਸ਼ਾ ਸੱਚਮੁੱਚ ਦਿਲ ਨੂੰ ਛੂਹਣ ਵਾਲਾ ਹੈ, ਕਿਉਂਕਿ ਇਹ ਵਿਸ਼ਾ ਸਾਡੇ ਆਪਣੇ ਬੱਚਿਆਂ ਦੇ ਪ੍ਰਤੀ ਉਹਨਾਂ ਦੀ ਭਾਵਨਾਵਾਂ ਦੇ ਨਾਲ ਜੁੜਿਆ ਹੋਇਆ ਹੈ। ਅੱਜ ਅਸੀਂ ਬਦਲਾਵ ਦੇ ਜਿਹੜੇ ਨਿਯਮਾਂ ਨੂੰ ਸਿੱਖਿਆ, ਉਹ ਸੀ ਪ੍ਰਾਰਥਨਾ ਹੀ ਸਭ ਤੋਂ ਵੱਡੀ ਚੀਜ਼ ਹੈ ਜੋ ਤੁਸੀਂ ਕਰ ਸਕਦੇ ਹੋ। ਦੋਸਤੋ, ਜਦੋਂ ਸਾਡੇ ਬੱਚੇ ਸਾਡੀ ਨਜ਼ਰਾਂ ਤੋਂ ਦੂਰ ਚਲੇ ਜਾਂਦੇ ਹਨ ਤਾਂ ਅਸੀਂ ਇਹ ਵੇਖ ਨਹੀਂ ਸਕਦੇ ਕਿ ਉਹ ਕੀ ਕਰ ਰਹੇ ਹਨ, ਕਿ ਉਹ ਸਹੀ ਦਿਸ਼ਾ ਦੇ ਵੱਲ ਜਾ ਰਹੇ ਹਨ ਕਿ ਨਹੀਂ। ਦੋਸਤੋ, ਅਸੀਂ ਉਹਨਾਂ ਦੇ ਲਈ ਸਿਰਫ ਪ੍ਰਾਰਥਨਾ ਹੀ ਕਰ ਸਕਦੇ ਹਾਂ। ਸਾਨੂੰ ਆਪਣੇ ਬੱਚਿਆਂ ਦੇ ਲਈ ਅਤੇ ਉਹਨਾਂ ਦੇ ਭਵਿੱਖ ਦੇ ਲਈ ਉਹਨਾਂ ਦੇ ਛੋਟੇ ਹੁੰਦਿਆਂ ਹੀ ਪ੍ਰਾਰਥਨਾ ਕਰਨੀ ਸ਼ੁਰੂ ਕਰ ਦੇਣੀ ਚਾਹੀਦੀ ਹੈ। ਜਦੋਂ ਵੀ ਅਸੀਂ ਆਪਣੇ ਬੱਚਿਆਂ ਦੇ ਲਈ ਪ੍ਰਾਰਥਨਾ ਕਰਦੇ ਹਾਂ ਤਾਂ ਅਸੀਂ ਆਪਣੇ ਆਪ ਨੂੰ ਆਪਣੇ ਬੱਚਿਆਂ ਦੇ ਨੇੜੇ ਮਹਿਸੂਸ ਕਰਦੇ ਹਾਂ। ਅਗਲੇ ਨਿਯਮ ਦੇ ਵਿੱਚ ਅਸੀਂ ਵੇਖਿਆ
ਕਿ ਮਾਤਾ-ਪਿਤਾ ਨੂੰ ਆਪਣੇ ਬੱਚਿਆਂ ਦੇ ਨੇੜੇ ਰਹਿਣ ਦੀ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਹੈ। ਦੋਸਤੋ, ਹੁਣ ਤੱਕ ਅਸੀਂ ਬੱਚਿਆਂ ਦੇ ਪਾਲਣ ਪੋਸ਼ਣ ਦੇ ਵਿੱਚ ਮਾਤਾ-ਪਿਤਾ ਦੇ ਬਾਰੇ ਹੀ ਗੌਰ ਕਰ ਰਹੇ ਸੀ ਕਿ ਉਹਨਾਂ ਨੂੰ ਆਪਣੇ ਬੱਚਿਆਂ ਨੂੰ ਕਿਹੋ ਜਿਹਾ ਵਰਤਾਵ ਕਰਨਾ ਚਾਹੀਦਾ ਹੈ। ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਪਰਿਵਾਰ ਦੇ ਵਿੱਚ ਹਰੇਕ ਮੈਂਬਰ ਇੱਕ ਦੂਜੇ ਦੇ ਉੱਤੇ ਨਿਰਭਰ ਹੁੰਦਾ ਹੈ। ਹਰੇਕ ਨੂੰ ਇੱਕ ਦੂਜੇ ਦੀ ਚਿੰਤਾ ਕਰਨ ਦੀ ਜ਼ਰੂਰਤ ਹੁੰਦੀ ਹੈ ਅਤੇ ਹਰੇਕ ਇੱਕ ਦੂਜੇ ਦੇ ਲਈ ਮਹੱਤਵਪੂਰਨ ਹੁੰਦਾ ਹੈ। ਇਸ ਲਈ ਬੱਚਿਆਂ ਦੇ ਵੀ ਆਪਣੇ ਮਾਤਾ-ਪਿਤਾ ਦੇ ਪ੍ਰਤੀ ਕੁਝ ਫਰਜ਼ ਹੁੰਦੇ ਹਨ। ਜਦੋਂ ਮਾਤਾ-ਪਿਤਾ ਆਪਣੇ ਬੱਚਿਆਂ ਤੋਂ ਬਗੈਰ ਇਕੱਲਾ ਮਹਿਸੂਸ ਕਰਦੇ ਹਨ ਤਾਂ ਉਹਨਾਂ ਦੀ ਵੀ ਇਹ ਜ਼ਿੰਮੇਵਾਰੀ ਹੈ ਕਿ ਉਹ ਵੀ ਆਪਣੇ ਮਾਤਾ-ਪਿਤਾ ਦੇ ਨੇੜੇ ਆਉਣ ਦੀ ਕੋਸ਼ਿਸ਼ ਕਰਨ। ਇਸ ਤੋਂ ਬਾਅਦ ਦੋਸਤੋ, ਅਸੀਂ ਬੱਚਿਆਂ ਦੀ ਵਾਪਸੀ ਦੇ ਲਈ ਯੋਜਨਾ ਬਣਾਉਣ ਬਾਰੇ, ਆਪਣੇ ਜੀਵਨ ਨੂੰ ਇੱਕ ਵਾਰੀ ਫੇਰ ਤੋਂ ਸੁਧਾਰਨ ਦੀ ਕੋਸ਼ਿਸ਼ ਕਰਨ ਅਤੇ ਮਾਤਾ-ਪਿਤਾ ਹਮੇਸ਼ਾ ਮਾਤਾ-ਪਿਤਾ ਹੀ ਰਹਿੰਦੇ ਹਨ ਜਿਹੇ ਨੇਮਾਂ ਦੇ ਉੱਤੇ ਗੌਰ ਕੀਤਾ। ਸਾਨੂੰ ਉਮੀਦ ਹੈ ਕਿ ਪਰਿਵਾਰ ਦੇ ਵਿਸ਼ੇ ਤੇ ਇਸ ਮਹੱਤਵਪੂਰਨ ਵਿਸ਼ੇ ਦੇ ਅਧਿਐਨ ਤੋਂ ਤੁਹਾਨੂੰ ਬੜਾ ਲਾਭ ਮਿਲਿਆ ਹੋਵੇਗਾ। ਹੁਣ ਸਾਨੂੰ ਇਜਾਜ਼ਤ ਦਿਓ, ਅਸੀਂ ਆਪਣੇ ਪ੍ਰੋਗਰਾਮ ਨੂੰ ਇੱਥੇ ਹੀ ਸਮਾਪਤ ਕਰਦੇ ਹਾਂ। ਆਓ ਪ੍ਰਾਰਥਨਾ ਕਰਦੇ ਹਾਂ। ਸਾਡੇ ਅਨੁਗ੍ਰਹਿਕਾਰੀ ਦਿਆਲੂ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਜੀ ਦੇ ਨਾਂ 'ਚ ਅੱਜ ਦੇ ਵਚਨ ਵਾਸਤੇ ਤੁਹਾਡਾ ਧੰਨਵਾਦ ਕਰਦੇ ਹਾਂ ਕਿ ਤੁਸੀਂ ਪਿਤਾ ਪਰਮੇਸ਼ਰ ਅੱਜ ਦੇ ਵਚਨ ਦੇ ਦੁਆਰਾ ਸਾਨੂੰ ਆਸ਼ੀਸ਼ ਤੇ ਬਰਕਤ ਦਿੱਤੀ। ਅੱਜ ਦੇ ਵਚਨ ਦੇ ਦੁਆਰਾ ਤੁਸੀਂ ਸਾਨੂੰ ਸਿਖਾਇਆ ਕਿ ਪ੍ਰਭੂ ਜੀ ਅਸੀਂ ਕਿਸ ਤਰ੍ਹਾਂ ਆਪਣੇ ਪਰਿਵਾਰ ਦੇ ਵਿੱਚ ਉਸ ਬਦਲਾਵ ਦੇ ਪ੍ਰਤੀ ਜੋ ਕਿ ਪ੍ਰਭੂ ਜੀ ਦੁਖਦਾਈ ਹੁੰਦਾ ਹੈ, ਪ੍ਰਭੂ ਜੀ ਆਪਣੇ ਆਪ ਨੂੰ ਸੰਭਾਲ ਸਕੀਏ ਔਰ ਉਸ ਬਦਲਾਵ ਨੂੰ ਗ੍ਰਹਿਣ ਕਰ ਸਕੀਏ। ਪਿਆਰੇ ਪਿਤਾ ਪਰਮੇਸ਼ਵਰ, ਜਿੰਨੀਆਂ ਵੀ ਗੱਲਾਂ ਅੱਜ ਅਸੀਂ ਕੀਤੀਆਂ ਪ੍ਰਭੂ ਜੀ, ਇਹਨਾਂ ਸਾਰਿਆਂ ਦਾ ਲਾਭ ਸਾਨੂੰ, ਸਾਡੇ ਦਰਸ਼ਕਾਂ ਨੂੰ ਜ਼ਰੂਰ ਮਿਲੇ। ਪਿਤਾ, ਤੁਸੀਂ ਸਾਡੇ ਸਾਰਿਆਂ ਨਾਲ ਗੱਲਬਾਤ ਕਰੋ, ਜਿੱਥੇ ਕਿਤੇ ਵੀ ਕਮੀ ਹੈ ਉਸ ਕਮੀ ਨੂੰ ਦੂਰ ਕਰਨ ਵਿੱਚ ਸਾਡੀ ਮਦਦ ਕਰੋ। ਯਿਸੂ ਨਾਸਰੀ ਜੀ ਦੇ ਨਾਂ 'ਚ ਇਸ ਪ੍ਰਾਰਥਨਾ ਨੂੰ ਮੰਗਦੇ ਹਾਂ, ਆਮੀਨ। ਦੋਸਤੋ, ਸਾਡੇ ਅਗਲੇ ਅਧਿਐਨ ਪ੍ਰੋਗਰਾਮ ਦੇ ਵਿੱਚ ਅਸੀਂ ਵਿਆਹ ਦੇ ਵਿਸ਼ੇ ਦੇ ਉੱਤੇ ਗੱਲਬਾਤ ਕਰਾਂਗੇ। ਅਸੀਂ ਵੇਖਾਂਗੇ ਕਿ ਪਰਮੇਸ਼ਰ ਦਾ ਵਚਨ ਵਿਆਹ ਦੇ ਬਾਰੇ ਸਾਨੂੰ ਕੀ ਸਿੱਖਿਆ ਦਿੰਦਾ ਹੈ। ਸੋ ਮਿਲਦੇ ਹਾਂ ਅਗਲੇ ਪ੍ਰੋਗਰਾਮ ਦੇ ਵਿੱਚ। ਜੈ ਮਸੀਹ ਦੀ। ਕੀ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਇਆ? ਹੁਣੇ ਸਾਨੂੰ ਇੱਕ ਮਿਸ ਕਾਲ ਦਿਓ ਤੇ ਤੁਸੀਂ ਅਗਲੇ ਜੇਤੂ ਹੋ ਸਕਦੇ ਹੋ।